ਲਓ ਜੀ ਸਟੂਡੈਂਟਸ, ਅਸੀਂ ਅੱਜ ਆਪਣਾ ਕੁਐਸਚਨ ਨੰਬਰ 23 ਸ਼ੁਰੂ ਕਰਨ ਜਾ ਰਹੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਕੁਐਸਚਨ ਨੂੰ ਬੜੇ ਆਰਾਮ ਨਾਲ ਪੜ੍ਹਨਾ ਹੈ, ਕੋਈ ਵੀ ਸਟ੍ਰੈਸ ਨਹੀਂ ਰੱਖਣੀ ਮਾਈਂਡ 'ਚ, ਆਰਾਮ ਨਾਲ ਇੱਕ ਇੱਕ ਚੀਜ਼ ਪੜ੍ਹੀ ਜਾਓ ਤੇ ਕੁਐਸਚਨ 'ਚ ਐਂਟਰ ਕਰੀ ਜਾਓ। ਤਿੰਨੋਂ ਅਕਾਊਂਟ ਜਿਹੜੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਦੋਨੇ ਬੈਲੈਂਸ ਸ਼ੀਟਾਂ ਅਸੀਂ ਪਹਿਲਾਂ ਹੀ ਪ੍ਰਪੇਅਰ ਕਰ ਲੈਣੀਆਂ ਨੇ, ਪਹਿਲਾਂ ਹੀ ਸਪੇਸ ਛੱਡ ਕੇ, ਤਾਂ ਕਿ ਕੋਈ ਐਡਜਸਟਮੈਂਟ ਰਹੇ ਨਾ। ਅਸੀਂ ਇਨਕਮ ਐਂਡ ਐਕਸਪੈਂਡੀਚਰ ਪ੍ਰਪੇਅਰ ਕੀਤਾ, ਇਨਕਮ ਐਂਡ ਐਕਸਪੈਂਡੀਚਰ ਦੇ ਕਾਲਮ ਬਣਾਏ, ਐਕਸਪੈਂਡੀਚਰ ਅਮਾਊਂਟ, ਇਨਕਮ ਅਮਾਊਂਟ ਅਸੀਂ ਸ਼ੋਅ ਕੀਤਾ। ਇਨ ਦੀ ਸੇਮ ਵੇ ਅਸੀਂ ਸ਼ੁਰੂ ਦੀ ਬੈਲੈਂਸ ਸ਼ੀਟ ਬਣਾ ਲੈਣੀ ਹੈ। ਸ਼ੁਰੂ ਦੀ ਬੈਲੈਂਸ ਸ਼ੀਟ ਬਣਾਈ, ਥੋੜੀ ਜਗ੍ਹਾ ਛੱਡ ਕੇ ਲਾਇਬਿਲਿਟੀਜ਼ ਅਮਾਊਂਟ, ਐਸੈਟਸ ਅਮਾਊਂਟ ਅਸੀਂ ਕਾਲਮ ਬਣਾਏ। ਇਨ ਦਾ ਸੇਮ ਵੇ ਐਂਡ ਦੀ ਬੈਲੈਂਸ ਸ਼ੀਟ ਬਣਾ ਲੈਣੀ ਹੈ। ਐਂਡ ਦੀ ਬੈਲੈਂਸ ਸ਼ੀਟ ਬਣਾਈ, ਸੇਮ ਕਾਲਮ ਜਿਹੜੇ ਨੇ ਅਸੀਂ ਸ਼ੋਅ ਕਰਨੇ ਨੇ ਲਾਇਬਿਲਿਟੀਜ਼ ਅਮਾਊਂਟ ਤੇ ਐਸੈਟਸ ਅਮਾਊਂਟ, ਉਹਨਾਂ ਨੂੰ ਅਸੀਂ ਸ਼ੋਅ ਕਰ ਲੈਣਾ। ਇਸ ਤਰੀਕੇ ਨਾਲ ਸਾਡੀ ਜਿਹੜੀ ਹੈਗੀ ਹੈ ਬੈਲੈਂਸ ਸ਼ੀਟ ਪ੍ਰਪੇਅਰ ਹੋ ਜਾਏਗੀ। ਇਨਕਮ ਐਂਡ ਐਕਸਪੈਂਡੀਚਰ ਸ਼ੋਅ ਕਰ ਲੈਣਾ। ਉਸ ਤੋਂ ਬਾਅਦ ਕੁਐਸਚਨਸ ਪੜ੍ਹਨ ਜਾ ਰਿਹਾ ਮੈਂ ਸਟੂਡੈਂਟਸ। From the following receipt and payment account of Mumbai Club, prepare income and expenditure account for the year ended 31st December 2021। 2021 ਦਾ ਕਹਿੰਦਾ ਇਨਕਮ ਐਂਡ ਐਕਸਪੈਂਡੀਚਰ ਬਣਾਓ ਤੇ ਬੈਲੈਂਸ ਸ਼ੀਟਾਂ ਦਿਖਾਓ। ਬੈਲੈਂਸ ਸ਼ੀਟ ਅਸੀਂ ਸ਼ੁਰੂ ਦੀ ਹੈ ਕਿਉਂਕਿ 31 ਦਸੰਬਰ 2021 ਦੀ ਐਂਡ ਹੈ, ਤੇ ਸ਼ੁਰੂ ਦੀ ਕਿੰਨੀ ਹੋਗੀ 31 ਦਸੰਬਰ 2020। ਅਸੀਂ 2020 ਦੀ ਬੈਲੈਂਸ ਸ਼ੀਟ ਬਣਾਵਾਂਗੇ ਤੇ 2021 ਦੀ, ਦੋ ਬੈਲੈਂਸ ਸ਼ੀਟਾਂ ਜਿਹੜੀਆਂ ਹੈਗੀਆਂ ਨੇ ਅਸੀਂ ਉਹ ਪ੍ਰਪੇਅਰ ਕਰਾਂਗੇ ਕੁਐਸਚਨ ਨੰਬਰ 23 'ਚ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਵੀ ਆਪਾਂ ਕੁਐਸਚਨ ਕਰਨਾ ਕਿਵੇਂ ਆ। ਸ਼ੁਰੂ ਦੇ ਵਿੱਚ ਹੀ ਰਿਸੀਵ ਸਾਈਡ ਚੱਕ ਲਓ। ਰਿਸੀਵ ਸਾਈਡ ਦੀਆਂ ਫਿਗਰ ਜਿਹੜੀਆਂ ਨੇ, ਰਿਸੀਵ ਸਾਈਡ ਦੀਆਂ ਜਿਹੜੀਆਂ ਅਮਾਊਂਟ ਦਿੱਤੀਆਂ ਹੋਈਆਂ ਨੇ, ਜੋ ਕੰਟੈਂਟ ਦਿੱਤੇ ਹੋਏ ਉਹਨੂੰ ਇੱਕ ਇੱਕ ਕਰਕੇ ਪੜ੍ਹਦੇ ਜਾਓ ਤੇ ਆਪਣੀ ਸਮਝ ਦੇ ਅਨੁਸਾਰ, ਜਿਵੇਂ ਤੁਹਾਨੂੰ ਪਤਾ ਹੀ ਹੈ ਕਨਸੈਪਟ, ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਸਮਝਾਏ ਹੋਏ ਨੇ, ਉਹਦੇ ਹਿਸਾਬ ਨਾਲ ਅੱਗੇ ਅੱਗੇ ਵੱਧਦੇ ਜਾਓ। ਤਾਂ ਮੈਂ ਪਹਿਲੀ ਪੁਆਇੰਟ ਪੜ੍ਹਨ ਲੱਗਿਆ ਟੂ ਕੈਸ਼ ਇਨ ਹੈਂਡ। ਜੇ ਸ਼ੁਰੂ 'ਚ ਦਿੱਤਾ ਹੈ ਸਟੂਡੈਂਟਸ ਤਾਂ ਆਪਾਂ ਸ਼ੁਰੂ ਦੀ ਬੈਲੈਂਸ ਸ਼ੀਟ ਦੇ ਵਿੱਚ ਕੈਸ਼ ਇਨ ਹੈਂਡ ਜਿਹੜਾ ਹੈਗਾ ਐਸੈਟ ਸਾਈਡ 'ਤੇ, ਕਿਉਂਕਿ ਸਾਡਾ ਕੈਸ਼ ਇਨ ਹੈਂਡ ਐਸੈਟ ਆ, ਇਸ ਕਰਕੇ ਅਸੀਂ ਸ਼ੁਰੂ ਦੀ ਬੈਲੈਂਸ ਸ਼ੀਟ ਦੇ ਵਿੱਚ 4000 ਜਿਹੜਾ ਐਸੈਟ ਸਾਈਡ 'ਤੇ ਸ਼ੋਅ ਕਰ ਦਾਂਗੇ। ਉਸ ਤੋਂ ਬਾਅਦ ਸਟੂਡੈਂਟਸ ਦਿੱਤਾ ਹੋਇਆ ਕੈਸ਼ ਐਟ ਬੈਂਕ। ਕੈਸ਼ ਐਟ ਬੈਂਕ 10,000 ਦਿੱਤਾ ਹੋਇਆ, ਇਹ ਵੀ ਸਾਡਾ ਐਸੈਟ ਆ ਕਿਉਂਕਿ ਸ਼ੁਰੂ 'ਚ ਦਿੱਤਾ ਹੋਇਆ, ਇਸ ਕਰਕੇ ਅਸੀਂ ਸ਼ੁਰੂ ਦੀ ਬੈਲੈਂਸ ਸ਼ੀਟ ਦੇ ਵਿੱਚ 10,000 ਰੁਪਈਆ 10,000 ਸ਼ੋਅ ਕਰ ਦਾਂਗੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਣੀ ਹੈ, ਕਿਉਂਕਿ ਕੈਸ਼ ਇਨ ਹੈਂਡ ਤੇ ਕੈਸ਼ ਇਨ ਬੈਂਕ ਦੋਨੇ ਸਾਡੇ ਐਸੈਟਸ ਨੇ, ਕਿਉਂਕਿ ਇਹ ਸ਼ੁਰੂ 'ਚ ਦਿੱਤੇ ਹੋਏ ਨੇ, ਇਸ ਕਰਕੇ ਸ਼ੁਰੂ ਦੀ ਬੈਲੈਂਸ ਸ਼ੀਟ ਦੇ ਵਿੱਚ ਅਸੀਂ ਐਡ ਕਰ ਦਿੰਦੇ ਨੇ। ਉਸ ਤੋਂ ਬਾਅਦ ਸਟੂਡੈਂਟਸ ਦਿੱਤਾ ਹੋਇਆ ਟੂ ਡੋਨੇਸ਼ਨਸ। ਡੋਨੇਸ਼ਨ ਦਿੱਤੀ ਹੋਈ ਹੈ। ਡੋਨੇਸ਼ਨ ਪੜ੍ਹਨ ਤੋਂ ਬਾਅਦ ਆਪਾਂ ਨੇ ਇੱਕ ਵਾਰ ਐਡਜਸਟਮੈਂਟ ਦੇਖਣੀ ਹੈ ਵੀ ਕਿਤੇ ਡੋਨੇਸ਼ਨ ਦੀ ਕੋਈ ਐਡਜਸਟਮੈਂਟ ਤਾਂ ਨਹੀਂ। ਤਾਂ ਬਿਲਕੁਲ 4 ਨੰਬਰ ਦੇ ਉੱਤੇ ਡੋਨੇਸ਼ਨ ਦਿੱਤੀ ਹੋਈ ਹੈ ਕਿ 50% ਆਫ ਦਾ ਡੋਨੇਸ਼ਨ ਟੂ ਬੀ ਕੈਪੀਟਲਾਈਜ਼ਡ। ਇਹਦਾ ਮਤਲਬ ਸਟੂਡੈਂਟਸ ਇਹ ਹੈ ਕਿ 50% ਯਾਨੀ ਕਿ 5000 ਅਮਾਊਂਟ ਤੋਂ 2500 ਰੁਪਈਆ, 2500 ਰੁਪਇਆ 2500 ਜਿਹੜੀ ਆ ਉਹ ਅਸੀਂ ਕੈਪੀਟਲਾਈਜ਼ ਕਰਨੀ ਹੈ। ਮਤਲਬ 50% ਅਸੀਂ ਜਰਨਲ ਕਰਨੀ ਹੈ ਬਾਈ ਡੋਨੇਸ਼ਨ, 50% 2500 ਜਿਹੜੀ ਆ ਉਹ ਸਾਡੀ ਇਨਕਮ ਹੋ ਜੂਗੀ। ਜਿਹੜੀ ਕੈਪੀਟਲਾਈਜ਼ ਕਰਨੀ ਹੈ ਆਪਾਂ ਪਿਛਲੇ ਕੁਐਸਚਨ 'ਚ ਸਾਰੀ ਕੈਪੀਟਲਾਈਜ਼ ਕੀਤੀ ਸੀ, ਇਸ ਕੁਐਸਚਨ 'ਚ ਉਹਨੇ ਸਿਰਫ ਆਪਾਂ ਨੂੰ 25% ਕਿਹਾ। ਆਪਾਂ 25% ਯਾਨੀ 2500 ਰੁਪਈਆ ਬੈਲੈਂਸ ਸ਼ੀਟ ਦੀ ਲਾਇਬਿਲਿਟੀ ਸਾਈਡ 'ਤੇ ਸ਼ੋਅ ਕਰ ਦੇਣੀ ਹੈ। ਸਟੂਡੈਂਟ ਧਿਆਨ ਦਿਓ, ਕਈ ਵਾਰ ਬੁੱਕਸ ਦੇ ਵਿੱਚ ਨੀਚੇ ਡੋਨੇਸ਼ਨ ਲੱਗ ਕਰਕੇ ਦਿੱਤੀ ਹੁੰਦੀ ਹੈ, ਕਈ ਵਾਰ ਕੈਪੀਟਲ ਫੰਡ ਦਿੱਤੀ ਹੁੰਦੀ ਹੈ। ਇਹਦਾ ਕੋਈ ਫਰਕ ਨਹੀਂ, ਮੈਂ ਇਹ ਮੰਨ ਕੇ ਚੱਲਿਆ ਵੀ ਅਸੀਂ ਕੈਪੀਟਲ ਫੰਡ 'ਚ ਐਡ ਕਰ ਲਈ ਇਹਨੂੰ, ਤੇ ਜੋ ਕਿ ਐਕਸਪੈਂਸ ਹੋਇਆ ਤਾਂ ਮੈਂ ਕੈਪੀਟਲ ਫੰਡ 'ਚੋਂ ਕੱਢ ਦੂੰਗਾ। ਤੁਸੀਂ ਬਾਹਰ ਵੀ ਲਿਖ ਸਕਦੇ ਹੋ, ਇੱਥੇ ਡੋਨੇਸ਼ਨ ਲਿਖ ਸਕਦੇ ਹੋ, ਡੋਨੇਸ਼ਨ ਲਿਖ ਕੇ ਅਮਾਊਂਟ ਬਾਹਰ ਕੱਢ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ। ਉਹਨੇ ਕੈਪੀਟਲਾਈਜ਼ ਕਿਹਾ ਹੋਇਆ ਤਾਂ ਮੈਂ ਕੈਪੀਟਲਾਈਜ਼ ਜਿਹੜਾ ਹੈਗਾ ਕੈਪੀਟਲ ਫੰਡ ਦੇ ਵਿੱਚ ਐਡ ਕਰਤਾ। ਤੁਸੀਂ ਬਾਹਰ ਵੀ ਲਿਖ ਸਕਦੇ ਹੋ। ਮੇਨ ਮਕਸਦ ਇਹ ਹੈ ਕਿ ਲਾਇਬਿਲਿਟੀ ਸਾਈਡ ਦੇ ਉੱਤੇ ਅਸੀਂ ਇਹਨੂੰ ਸ਼ੋਅ ਕਰਨਾ, ਕਿਉਂਕਿ ਉਹਨੇ ਕਿਹਾ ਕਿ 50% ਤੁਸੀਂ ਕੈਪੀਟਲਾਈਜ਼ ਕਰਨੀ ਹੈ, ਮਤਲਬ 50% ਬੈਲੈਂਸ ਸ਼ੀਟ ਦੀ ਲਾਇਬਿਲਿਟੀ ਸਾਈਡ 'ਤੇ ਸ਼ੋਅ ਕਰਨੀ ਹੈ ਤੇ 50% ਅਸੀਂ ਜਿਹੜੀ ਹੈਗੀ ਆ ਉਹ ਇਨਕਮ ਦਿਖਾਣੀ ਹੈ। 5000 ਦਾ 50% 2500 ਰੁਪਏ ਸਾਡੀ ਇਨਕਮ ਹੋ ਗਈ, 2500 ਰੁਪਏ ਅਸੀਂ ਲਾਇਬਿਲਿਟੀ ਸਾਈਡ ਦੇ ਉੱਤੇ ਦਿਖਾਤਾ। ਉਸ ਤੋਂ ਬਾਅਦ ਨੈਕਸਟ ਟਰਮ ਮੈਂ ਪੜ੍ਹਨ ਲੱਗਿਆ ਸਟੂਡੈਂਟਸ ਸਬਸਕ੍ਰਿਪਸ਼ਨ। ਸਬਸਕ੍ਰਿਪਸ਼ਨ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੈਂਬਰਸ ਦੁਆਰਾ ਕੀਤਾ ਹੋਇਆ ਕੰਟਰੀਬਿਊਸ਼ਨ ਔਰ ਹਮੇਸ਼ਾ ਇਨਕਮ ਹੀ ਹੁੰਦੀ ਹੈ, ਤਾਂ ਅਸੀਂ ਸਬਸਕ੍ਰਿਪਸ਼ਨ ਪਾਵਾਂਗੇ 12,000 ਅੰਦਰ ਹੀ ਰੱਖਾਂਗੇ ਕਿਉਂਕਿ ਇਹਦੀ ਐਡਜਸਟਮੈਂਟ ਆ। ਮੈਂ ਐਡਜਸਟਮੈਂਟ ਨੰਬਰ 1 ਪੜ੍ਹਨ ਲੱਗਿਆ ਸਟੂਡੈਂਟਸ। ਜਿਹੜੀ ਫਸਟ ਐਡਜਸਟਮੈਂਟ ਆ ਉਹ ਲਿਖਿਆ ਹੋਇਆ ਸਬਸਕ੍ਰਿਪਸ਼ਨ ਇਨ ਏਰੀਅਰ ਫॉर 2021 900 ਮਤਲਬ 2021 ਏਰੀਅਰ ਦਾ ਮਤਲਬ ਹੁੰਦਾ ਸਟੂਡੈਂਟਸ ਆਊਟਸਟੈਂਡਿੰਗ। ਆਪਾਂ ਸ਼ੁਰੂ ਤੋਂ ਹੀ ਛੋਟੇ ਕੁਐਸਚਨਾਂ ਦੇ ਵਿੱਚ ਵੀ ਇਹ ਕਲੀਅਰ ਕਰਕੇ ਆਏ ਹਾਂ ਕਿ ਜਿਹੜੀ ਐਂਡ ਦੀ ਆਊਟਸਟੈਂਡਿੰਗ ਆ ਉਹ ਹਮੇਸ਼ਾ ਐਡ ਹੁੰਦੀ ਹੈ, ਔਰ ਉਸੇ ਤਰੀਕੇ ਨਾਲ ਕਿਉਂਕਿ ਉਹ ਹਲੇ ਮਿਲੀ ਨਹੀਂ ਇਨ ਕੈਸ਼, ਪਰ 12000 ਦੀ ਫਿਗਰ 'ਚ ਆਈ ਨਹੀਂ ਹੋਈ ਕਿਉਂਕਿ 12000 ਰਿਸੀਪਟ ਦੀ ਫਿਗਰ ਆ। 900 ਰੁਪਇਆ ਉਸ ਸਾਲ ਨੂੰ ਬਿਲੋਂਗ ਤਾਂ ਕਰਦਾ ਪਰ ਹਲੇ ਕੈਸ਼ ਨਹੀਂ ਮਿਲਿਆ, ਇਸ ਕਰਕੇ ਸਟੂਡੈਂਟਸ ਅਸੀਂ ਇਹਨੂੰ ਐਡ ਕਰਾਂਗੇ। ਉਸ ਤੋਂ ਬਾਅਦ ਨੈਕਸਟ ਉਹਨੇ ਲਿਖਿਆ ਹੋਇਆ ਸਬਸਕ੍ਰਿਪਸ਼ਨ ਇਨ ਐਡਵਾਂਸ 2022 350 ਰੁਪਏ। 350 ਰੁਪਏ ਸਾਨੂੰ ਅਗਲੇ ਸਾਲ ਦੇ ਮਿਲ ਗਏ,
मतलब 350 रुपये स्टूडेंट्स बिलोंग करते हैं अगले साल नूं, ਜਿਹੜੇ कि 12,000 ਦੇ ਵਿੱਚ ਇਨਕਲੂਡ ਹੋਏ ਵੇ ਨੇ, ਪਰ ਉਹ ਸਾਡੀ ਇਸ ਸਾਲ ਦੀ ਫਿਗਰ ਤਾਂ ਹੈ ਨਹੀਂ, ਇਸ ਕਰਕੇ ਅਸੀਂ ਉਹਨੂੰ ਲੈਸ ਕਰਾਂਗੇ। ਹਮੇਸ਼ਾ ਜਿਹੜਾ ਐਂਡ ਦਾ ਐਡਵਾਂਸ ਹੁੰਦਾ ਅਸੀਂ ਲੈਸ ਕਰਦੇ ਹਾਂ, ਕਿਉਂਕਿ ਉਹ ਅਗਲੇ ਸਾਲ ਨੂੰ ਬਿਲੋਂਗ ਕਰਦਾ, ਬਟ ਉਹ ਰਿਸੀਵਡ ਦੀ ਫਿਗਰ ਦੇ ਵਿੱਚ ਐਡ ਹੋਇਆ ਹੁੰਦਾ। ਇਸ ਕਰਕੇ ਇਸ ਜਗ੍ਹਾ ਤੇ ਵੀ ਸਟੂਡੈਂਟਸ ਅਸੀਂ ਲੈਸ ਕਰਾਂਗੇ, ਔਰ ਜਿੰਨੀ ਨੈਟ ਅਮਾਊਂਟ ਆਊਗੀ ਸਾਡੀ ਉਹ ਸਾਡੀ ਸਟੂਡੈਂਟਸ ਬਾਹਰ ਕੱਢ ਦੇਣੀ ਆ, ਉਨੀ ਸਾਡੀ ਇਨਕਮ ਆ ਜਿਹੜੀ ਸ਼ੋ ਹੋਊਗੀ। ਇੱਥੇ 12,550 ਜਿਹੜੀ ਹੈ ਸਾਡੀ ਇਨਕਮ ਆ ਜਾਏਗੀ। तो मैंने उम्मीद है थोड़ा सबसक्रिप्शन का पॉइंट बिल्कुल क्लीयर हो गया होना उरे कि एंड की आउटस्टैंडिंग असी ऐड करते हैं, शुरू की आउटस्टैंडिंग असी लैस करते हैं। इन द सेम वे एंड का एडवांस क्योंकि अगले साल में बिलोंग करता रिसीव हो जाता वो लैस करते हैं, तो शुरू का एडवांस असी ऐड करते हैं क्योंकि पिछले साल सानू पेमेंट मिल गई पर होंदी इस साल की है, पर इस साल की रिसीप्ट ऐड नहीं होंगी, इस करके असी उन्होंने ऐड करते हैं। मैं नैक्सट टर्म पढ़न लग्या स्टूडेंट्स, नैक्सट हैगी एंट्रेंस फीस। एंट्रेंस फीस 1000 रुपये है, और यदि कोई मैं नीचे जो एडजस्टमेंट देखा एडजस्टमेंट दी हुई है। एंट्रेंस फीस आर टू बी ट्रीटेड एज रेवन्यू इनकम, इनू रेवन्यू इनकम मनना, तो स्टूडेंट्स आप पूरी की पूरी रेवन्यू का मतलब है कि इनू इनकम एंड एक्सपेंडिचर इनकम लिखा दो, जो उन्हें लिखा होंगे कैपिटलाइज, फिर असी बैलेंस शीट की लाइबिलिटी साइड के उत्ते शो कर देना। उस तो बाद स्टूडेंट्स मैं नैक्सट पढ़न लग्या टू इंटरस्ट ऑन इन्वेस्टमेंट 100 रुपीज़। 100 रुपये कहता सानू इंटरस्ट ऑन इन्वेस्टमेंट मिल गया, तो असी इंटरस्ट ऑन इन्वेस्टमेंट जोड़ा है 100 रुपये पा देना। उस तो बाद ये एडजस्टमेंट चैक करनी है असी स्टूडेंट, नीचे 5 नंबर एडजस्टमेंट देखो 8%, यदा मतलब स्टूडेंट 8% इंटरस्ट का मतलब आ भी जिन्नी इन्वेस्टमेंट आ उहदे उत्ते सानू साल का 8% ब्याज मिलना। हैज़ बीन अक्रूड ऑन इन्वेस्टमेंट फॉर 5 मंथ्स, कहता 5 महीने का ब्याज सानू हले मिलिया नहीं, मतलब 100 रुपया सानू मिल गया पर 5 महीने का ब्याज सानू हले नहीं मिलिया। स्टूडेंट जे नहीं मिलिया तो यदा मतलब आउटस्टैंडिंग इनकम होगी, जे आउटस्टैंडिंग इनकम होगी असी हले इंटरस्ट मिलना सानू सिर्फ 100 रुपया मिलिया, बाकी 5 महीने का नहीं मिलिया, तो उसे साल में बिलोंग करता है। इस करके असी 5 महीने का इंटरस्ट कैलकुलेट करांगे। 6000 दी इन्वेस्टमेंट ने, इन्वेस्टमेंट कितों पता चलिया, तुसी पेमेंट साइड के उत्ते क्वेश्चन देखो, पेमेंट साइड पर परचेज ऑफ इन्वेस्टमेंट 6000 लिखा होया, असी 6000 इंटू 8/100 इंटू 5/12, जो 5 इंटू 12 मतलब 5 महीने ये ऐड किया 200 रुपया निकलिया, तो 100 रुपया सानू मिल गया। स्टूडेंट्स 200 रुपया असी हले भी लेना, यदा मतलब साडा टोटल जिहड़ा हैगा 300 रुपया असी जिहड़ी साडी इनकम आ उस साल की, मतलब ये है भी 300 जो सानू 100 रुपया मिल गया, 200 रुपया हले असी लेना है, जे लेना है पर बिलोंग उसी साल नूं करदा, इस करके ऐड आउटस्टैंडिंग हो गया, आउटस्टैंडिंग इनकम होगी। जिवें सबसक्रिप्शन आप एंड दा आउटस्टैंडिंग ऐड करते हैं, उवें सबसक्रिप्शन भी इनकम आ, उवें असी इंटरस्ट ऐड करते हैं, तो असी इहनूं टोटल ला के 300 लिख देंगे। और जिहड़ा ये 200 स्टूडेंट्स हैगा ये एंड दी बैलेंस शीट, क्योंकि असी इंटरस्ट लेना हले तो एंड दी बैलेंस शीट दे विच इहनूं एसेट साइड ते भी शो कराया जाऊगा। मैं रेड करता, इहनूं इस तरह लिखांगे आपां इंटरस्ट आउटस्टैंडिंग 200 रुपीज़। तो मैंने उम्मीद है थोड़ा इंटरस्ट की एडजस्टमेंट समझ आ गई हो। मैं दोबारा समझा देना एक बार कि रिसीप्ट एंड पेमेंट साइड से 100 रुपीज़ लिखे हुए हैं, तो एडजस्टमेंट ये कहता उन्हें कि 5 मंथ्स का हले असी इंटरस्ट लेना, जे 5 मंथ्स का असी इंटरस्ट लेना हले, यदा मतलब साडा वो आउटस्टैंडिंग आ उस साल की इनकम आ। इनकम एंड एक्सपेंडिचर आपां चाहे इनकम कैश रिसीव हुई है चाहे नहीं हुई, सानू पानी पैंदी है। 200 रुपया सानू नहीं मिले हले, 100 रुपया मिल गया, तो टोटल इनकम साडी कितनी होगी 300। और असी जिहड़ा 200 रुपया लेना, जदों भी कोई साडी इनकम आउटस्टैंडिंग होवे एडजस्टमेंट दे विच तानू एसेट साइड ते शो करदे आ, तो असी 200 रुपये नूं आउटस्टैंडिंग इंटरस्ट के रूप दे विच इहनूं दिखा दांगे। उस तो बाद नैक्सट मैं पढ़न लग्या स्टूडेंट्स इंटरस्ट रिसीव्ड फ्रॉम बैंक, बैंक तो इंटरस्ट मिलिया, बैंक तो इंटरस्ट मिलिया, एडजस्टमेंट कोई नहीं, असी सीधी इनकम आ साडी, कोई बैंक डिपॉजिट किया होना तो सानू इंटरस्ट मिल गया, असी इनकम साइड के उत्ते 400 शो कर देना। उस तो बाद स्टूडेंट सेल ऑफ ओल्ड न्यूज़पेपर आ साडी इनकम आ तो एडजस्टमेंट कोई नहीं, असी इनकम साइड के उत्ते शो कर देना। उस तो बाद ड्रामा टिकट बेचिया ने, यह भी साडी इनकम आ, एडजस्टमेंट कोई नहीं, असी इनकम साइड से शो कर देना। इस तरीके के स्टूडेंट्स जो हैंडल करना अपने रिसीप्ट साइड अपनी खत्म होगी। हुण आपां पेमेंट साइड पर आ रहे हैं। सैलरी, जे मैं सैलरी देखा सैलरी की कोई एडजस्टमेंट नहीं है, 2000 आ, जो एडजस्टमेंट होंगी तो मैं अंदर रख के उन्होंने जे आउटस्टैंडिंग एंड होंगे ऐड करता, जे शुरू का आउटस्टैंडिंग लैस करता, पर इस कोई एडजस्टमेंट नहीं, सीधा 2000 पाता। उस तो बाद नैक्सट स्टूडेंट है पेमेंट ऑफ फॉर बिलियर्ड टेबल।
बिलीयर्ड टेबल साडा स्टूडेंट खर्चा नहीं हैगा, साडा एसट बनिया और ये एसट आ तो बैलेंस शीट दी असी कितना बनाया साडा 8000 तो 8000 जिहड़ा हैगा असी खरीदिया है बिलीयर्ड टेबल। जे उस शुरू की गल करिए बिलीयर्ड टेबल नीचे मैं देखा एडजस्टमेंट नंबर 7 देखो स्टूडेंट्स उन्हें लिखा हुआ बिलीयर्ड टेबल कॉस्टिंग 30,000 ड्यूरिंग द लास्ट ईयर एंड 22,000 वर पेड फॉर इट लास्ट ईयर। स्टूडेंट इस एडजस्टमेंट की पंजाबी ये है कि असी लास्ट ईयर दे विच ध्यान दो स्टूडेंट 7 नंबर जी एडजस्टमेंट दी हुई आ उहदे विच ये लिखा होया कि लास्ट ईयर दे विच असी 30,000 रुपये का बिलीयर्ड टेबल खरीदा सी जिहदे विचों असी 22,000 की पेमेंट करती सी, मतलब 8,000 की पेमेंट साडी हले भी खड़ी सीगी लास्ट ईयर तो असी पहला शुरू की बैलेंस शीट दे विच 30,000 रुपया बिलीयर्ड टेबल साडा एसट बन गया। असी 30,000 रुपये का बिलीयर्ड टेबल लिया तो असी एसट साइड पर 30,000 रुपया दिखा देंगे स्टूडेंट। उस तो बाद वो कहता 22,000 रुपया असी पे करता, जे 22,000 पे करता यदा मतलब 8,000 रुपया असी हले भी देना है स्टूडेंट्स। जे 8,000 रुपया हले भी देना तो साडी लाइबिलिटी आ शुरू की लाइबिलिटी, मैं शुरू की लाइबिलिटी की गल करदा वो असी बैलेंस शीट की लाइबिलिटी साइड के उत्ते दिखावांगे क्रेडिटर फॉर बिलीयर्ड टेबल। मैनूं उम्मीद है तुहानूं समझ आ गई ने स्टूडेंट, मैं दोबारा एक बार रिपीट करदा बिलीयर्ड टेबल असी पिछले साल खरीदिया सी 30,000 रुपये का, असी पिछले साल की बैलेंस शीट के विच इहनूं 30,000 रुपया एसट साइड पर दिखाता। उस तो बाद वो कहता 22,000 रुपया पे करता सी, मतलब 8,000 रुपया पे नहीं किया सी पिछले साल। जे पिछले साल 8,000 नहीं पे किया सी तो 8,000 रुपया असी लाइबिलिटी साइड के उत्ते दिखा देंगे। हुण एंड दी बैलेंस शीट भी बेचिया तो असी कुते है नहीं तो एंड दी बैलेंस शीट के भी कोई डेप्रीशिएशन भी नहीं लग्या। जे उन्हें डेप्रीशिएशन किया होंदा तो असी डेप्रीशिएशन लैस करके लगाते, पर उन्हें कुछ नहीं किया तो 30 का 30,000 ही असी एसट साइड पर दिखा देना, पर क्रेडिटर नहीं दिखाने। क्यों? क्योंकि तुसी पेमेंट साइड पर देखो, पेमेंट साइड के उत्ते 2 नंबर पॉइंट देखोगे जो तुसी तो उन्हें 8,000 रुपया जिहड़ा पिछला आपां देना सीगा वो पे करता। जे पे करता तो लाइबिलिटी रही नहीं, जे लाइबिलिटी नहीं रही तो यदा मतलब जी हैगी आ साडी लाइबिलिटी खत्म हो गई और असी एंड दी बैलेंस शीट दे विच किते भी लाइबिलिटी नूं नहीं दिखाना। मैनूं उम्मीद है तुहानूं ये एडजस्टमेंट प्रॉपर वे नाल समझ आ गई हो। उस तो बाद स्टूडेंट्स नैक्सट चलते हैं रिपेयर एक्सपेंसिस, कोई एडजस्टमेंट नहीं हैगी। रिपेयर एक्सपेंसिस मैंने इतने 2 रिपेयर एक्सपेंसिस पाते 500 दे। उस तो बाद स्टूडेंट परचेज ऑफ फर्नीचर फर्नीचर अपना एसट आ, एसट आ बैलेंस शीट क्योंकि साल के दौरान खरीदिया है पेमेंट साइड पर पिया तो उसी साल का है तो असी उसी साल के एसट के स्टूडेंट 6,000 शो कर देंगे। उस तो बाद स्टूडेंट मिसलेनियस एक्सपेंसिस आ, कोई एडजस्टमेंट नहीं, असी 2 मिसलेनियस एक्सपेंसिस जोड़ा है वो पा देंगे। सॉरी मिसलेनियस एक्सपेंसिस जी नीचे एडजस्टमेंट पई है, एडजस्टमेंट हैगी आ मिसलेनियस एक्सपेंसिस प्रीपेड 90। स्टूडेंट मैं तुहानूं पहलां ही कहा सी जिहड़ा प्रीपेड हुंदा, प्रीपेड का मतलब असी पहलां ही करता अगले साल नूं बिलोंग करदा। देखो उन्हें 500 रुपया पे करता, उहदे विचों कहंदा 90 रुपये अगले साल दे ने, पर असी इनकम एंड एक्सपेंडिचर सिर्फ उसी साल की फिगर दिखानी हुंदी है, इस करके असी 90 रुपये लैस करांगे क्योंकि 90 रुपये अगले साल नूं बिलोंग करते हैं। और ये 90 रुपये असी प्रीपेड एक्सपेंस यानी प्रीपेड मिसलेनियस एक्सपेंसिस के नाम के उत्ते एसट साइड पर भी दिखावांगे, क्योंकि कोई भी प्रीपेड एक्सपेंस आ स्टूडेंट्स वो साडा एसट हुंदा और असी उहनूं एसट साइड के उत्ते ही शो करते हैं। उस तो बाद स्टूडेंट लिखा हुआ परचेज ऑफ इन्वेस्टमेंट साडी एसट्स ने, एक्सपेंडिचर च नहीं पैना, इनू असी एसट साइड की शो करांगे और इनू एसट साइड के उत्ते ही पाया जाऊगा। उस तो बाद स्टूडेंट्स आपां नैक्सट गल करिए इंश्योरेंस प्रीमियम की। जे इंश्योरेंस प्रीमियम की गल करा तो इंश्योरेंस प्रीमियम साडा खर्चा है और इंश्योरेंस प्रीमियम साडा खर्चा है तो साडा एक्सपेंडिचर आ और असी इनू एक्सपेंडिचर साइड पर ही पावांगे 200 रुपया। तो असी जे एडजस्टमेंट देखिए 2 नंबर एडजस्टमेंट देखो इंश्योरेंस प्रीमियम आउटस्टैंडिंग मतलब असी 40 रुपये असी हले भी देने ने, 200 रुपये असी पे करता 40 रुपये असी हले भी देने ने, तो यदा मतलब 240 रुपये का खर्चा सीगा साडा इंश्योरेंस प्रीमियम का, 240 रुपये का खर्चा सी जिसों असी 200 पे करता तो 40 रुपये साडे हले भी आउटस्टैंडिंग खड़े ने, यदा मतलब 240 रुपये साडा जिहड़ा हैगा वो इंश्योरेंस सी। उस तो बाद स्टूडेंट साढ़े को नैक्सट आती है पेपर इंक ते खर्चा करता 150 रुपया, असी 150 रुपया एक्सपेंडिचर च पे कर देना। उस तो बाद स्टूडेंट्स है ड्रामा एक्सपेंसिस, असी 500 रुपये का ड्रामा एक्सपेंसिस के उत्ते खर्चा करता, असी ड्रामा एक्सपेंसिस पा देंगे 500 रुपया।
ਉਸ ਤੋਂ ਬਾਅਦ ਸਟੂਡੈਂਟਸ ਐਂਡ ਦੇ ਵਿੱਚ ਕੈਸ਼ ਇਨ ਹੈਂਡ ਦਿੱਤਾ ਹੋਇਆ ਤੇ ਕੈਸ਼ ਐਟ ਬੈਂਕ ਦਿੱਤਾ ਹੋਇਆ। ਕੈਸ਼ ਇਨ ਹੈਂਡ ਸਾਡਾ 2650 ਰੁਪਏ ਹੈ, ਬਿਲਕੁਲ ਐਂਡ ਦਾ ਏ, ਤਾਂ ਐਂਡ ਦੀ ਬੈਲੈਂਸ ਸ਼ੀਟ ਦਿਖਾਵਾਂਗੇ। ਤੇ ਕੈਸ਼ ਐਟ ਬੈਂਕ ਦਿੱਤਾ ਹੋਇਆ 7200 ਰੁਪਏ, ਬਿਲਕੁਲ ਐਂਡ ਦਾ ਏ, ਇਸ ਕਰਕੇ ਅਸੀਂ ਐਂਡ ਦੀ ਬੈਲੈਂਸ ਸ਼ੀਟ ਦੇ ਵਿੱਚ ਕੈਸ਼ ਐਟ ਬੈਂਕ ਸ਼ੋ ਕਰ ਦਾਂਗੇ। ਇੱਕ ਸਾਡੇ ਕੋਲ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਸੀ ਐਂਡ ਦਾ ਸਟੂਡੈਂਟਸ, ਅਸੀਂ ਲੈਣਾ ਸੀ ਆਊਟਸਟੈਂਡਿੰਗ ਇਨਕਮ, ਇਹ ਵੀ ਅਸੀਂ ਜਿਹੜਾ ਹੈਗਾ ਬੈਲੈਂਸ ਸ਼ੀਟ ਦੀ ਐਸੈਟ ਸਾਈਡ ਦੇ ਉੱਤੇ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਦੇ ਰੂਪ ਦੇ ਵਿੱਚ ਇਹਨੂੰ ਸ਼ੋ ਕਰ ਦਾਂਗੇ। ਉਸ ਤੋਂ ਬਾਅਦ ਸਟੂਡੈਂਟਸ ਆਪਾਂ ਇੱਕ ਵਾਰ ਐਡਜਸਟਮੈਂਟ ਦੀ ਨਿਗਾਹ ਮਾਰਾਂਗੇ। ਐਂਡ ਦਾ ਆਊਟਸਟੈਂਡਿੰਗ ਹੈ, ਸ਼ੁਰੂ ਦਾ, ਫਿਰ ਐਂਡ ਦਾ ਐਡਵਾਂਸ ਆ, ਆਪਾਂ ਨੇ ਐਡਜਸਟਮੈਂਟ ਕਰ ਲਈ। ਇੰਸ਼ੋਰੈਂਸ ਪ੍ਰੀਮੀਅਮ ਐਡਜਸਟਮੈਂਟ ਹੋ ਗਈ, ਮਿਸਲੇਨੀਅਸ ਐਕਸਪੈਂਸਿਸ ਦੀ ਐਡਜਸਟਮੈਂਟ ਹੋ ਗਈ, ਡੋਨੇਸ਼ਨ ਦੀ ਐਡਜਸਟਮੈਂਟ ਹੋ ਗਈ, ਇੰਟਰਸਟ ਦੀ ਹੋ ਗਈ, ਐਂਟਰੈਂਸ ਫੀਸ ਦੀ ਹੋ ਗਈ, ਬਿਲੇ ਟੇਬਲ ਦੀ ਹੋ ਗਈ। ਮੇਰੇ ਖਿਆਲ ਕੰਪਲੀਟ ਆ। ਆਪਾਂ ਸਟੂਡੈਂਟਸ ਇਹਦਾ ਟੋਟਲ ਲਗਾਵਾਂਗੇ ਕ੍ਰੈਡਿਟ ਸਾਈਡ ਦਾ, ਤੇ ਇਹ ਵੀ ਟੋਟਲ ਇੱਧਰਲੀ ਸਾਈਡ ਪਾ ਕੇ ਆ ਜਿਹੜੀਆਂ ਅਮਾਊਂਟਸ ਨੇ ਇਹਨੂੰ ਲੈਸ ਕਰਾਂਗੇ। ਜਿੰਨਾ ਬਚੂਗਾ ਸਾਡੇ ਕੋਲ ਸਰਪਲਸ ਆ ਗਿਆ, ਸਾਡੇ ਕੋਲ 14,150 ਦਾ ਸਰਪਲਸ ਆ ਗਿਆ, ਜਿਵੇਂ ਕਿ ਬੁੱਕ 'ਚ ਦਿੱਤਾ ਹੋਇਆ। ਉਸ ਤੋਂ ਬਾਅਦ ਅਸੀਂ ਓਪਨਿੰਗ ਬੈਲੈਂਸ ਸ਼ੀਟ ਕੰਪਲੀਟ ਕਰਾਂਗੇ। ਓਪਨਿੰਗ ਬੈਲੈਂਸ ਸ਼ੀਟ ਦੇ ਵਿੱਚ ਟੋਟਲ ਲਗਾਇਆ, ਟੋਟਲ ਪਾਇਆ। ਉਸ ਤੋਂ ਬਾਅਦ ਜਿੰਨਾ ਸਾਡੇ ਕੋਲ ਬੈਲੈਂਸ ਆਇਆ, ਅਸੀਂ ਉਹ ਬੈਲੈਂਸਿੰਗ ਫਿਗਰ ਜਿਹੜੀ ਹੈਗੀ ਹੈ ਕੈਪੀਟਲ ਫੰਡ ਦੇ ਰੂਪ ਵਿੱਚ 36,000 ਆਈ, ਉਹ ਪਾ ਲਈ ਸਟੂਡੈਂਟਸ। 36,000 ਸਾਡੇ ਕੋਲ ਕੈਪੀਟਲ ਫੰਡ ਆ ਗਿਆ, ਕੈਪੀਟਲ ਫੰਡ ਬਣਾਇਆ। ਉਸ ਤੋਂ ਬਾਅਦ ਜਿੰਨਾ ਸਰਪਲਸ ਉੱਪਰੋਂ ਆਇਆ ਸਰਪਲਸ ਪਾ ਲਿਆ। ਇਹਦਾ ਟੋਟਲ ਅੰਦਰ ਅਸੀਂ ਜਿਹੜਾ ਹੈਗਾ ਕੈਪੀਟਲ ਫੰਡ ਦੇ ਰੂਪ ਦੇ ਵਿੱਚ ਬਾਹਰ ਕੱਢਤਾ। ਤੇ ਉਸ ਤੋਂ ਬਾਅਦ ਸਟੂਡੈਂਟ ਸਾਡੇ ਕੋਲ ਇੰਸ਼ੋਰੈਂਸ ਪ੍ਰੀਮੀਅਮ ਆਊਟਸਟੈਂਡਿੰਗ, ਕੋਈ ਵੀ ਐਕਸਪੈਂਸਿਸ, ਤੁਹਾਨੂੰ ਮੈਂ ਦੱਸਿਆ ਸੀ ਕਿ ਐਕਸਪੈਂਸਿਸ ਜਿਹੜੇ ਪੇਬਲ ਨੇ ਉਹ ਲਾਇਬਿਲਿਟੀ ਸਾਈਡ ਤੇ ਸ਼ੋ ਕਰਦੇ ਆ, ਤੇ ਆਊਟਸਟੈਂਡਿੰਗ ਇੰਸ਼ੋਰੈਂਸ ਨੂੰ ਅਸੀਂ ਪ੍ਰੀਪੇਡ ਜਿਹੜਾ ਹੈਗਾ ਉਹ ਲਾਇਬਿਲਿਟੀ ਸਾਈਡ ਤੇ ਸ਼ੋ ਕਰਾਂਗੇ। ਕੋਈ ਵੀ ਅਸੀਂ ਪੈਸੇ ਲੈਣੇ ਹੋਣ ਕਿਸੇ ਤੋਂ ਤਾਂ ਐਸੈਟ ਸਾਈਡ ਤੇ, ਜੇ ਕੋਈ ਐਕਸਪੈਂਸਿਸ ਦੀ ਪੇਮੈਂਟ ਦੇਣੀ ਤਾਂ ਲਾਇਬਿਲਿਟੀ ਸਾਈਡ ਤੇ, ਇਸ ਕਰਕੇ 40,000 ਨੂੰ ਅਸੀਂ ਲਾਇਬਿਲਿਟੀ ਸਾਈਡ ਤੇ ਸ਼ੋ ਕਰਾਂਗੇ। ਔਰ 350 ਦਾ ਸਬਸਕ੍ਰਿਪਸ਼ਨ ਐਡਵਾਂਸ ਸੀ, ਜਦੋਂ ਸਾਨੂੰ ਪਹਿਲਾਂ ਹੀ ਐਡਵਾਂਸ ਮਿਲ ਜਵੇ ਸਬਸਕ੍ਰਿਪਸ਼ਨ, ਤੁਹਾਨੂੰ ਅਸੀਂ ਲਾਇਬਿਲਿਟੀ ਸਾਈਡ ਤੇ ਸ਼ੋ ਕਰਦੇ ਆ। ਤਾਂ ਐਜ਼ ਪਰ ਜਿਹੜਾ ਰੂਲ ਆ ਸਬਸਕ੍ਰਿਪਸ਼ਨ ਐਡਵਾਂਸ 350 ਅਸੀਂ ਲਾਇਬਿਲਿਟੀ ਸਾਈਡ ਤੇ ਸ਼ੋ ਕਰਾਂਗੇ। ਜਦੋਂ ਅਸੀਂ ਦੋਨੋਂ ਟੋਟਲ ਲਗਾਵਾਂਗੇ ਸਟੂਡੈਂਟਸ ਤਾਂ ਦੋਨੋਂ ਮੈਚ ਕਰਨਗੇ। ਇਸ ਤਰੀਕੇ ਦੇ ਨਾਲ ਅਸੀਂ ਕੁਐਸਚਨ ਨੂੰ ਜਿਹੜਾ ਹੈਗਾ ਹੈਂਡਲ ਕਰ ਸਕਦੇ ਆ। ਤੇ ਇਹ ਕੁਐਸਚਨ ਜਿਹੜਾ ਸਾਡਾ ਇਸ ਤਰੀਕੇ ਦੇ ਨਾਲ ਇਹਨੂੰ ਫਾਈਨਲਾਈਜ਼ ਹੋ ਗਿਆ। ਥੈਂਕ ਯੂ।